BTV ब्रॉडकास्टिंग देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਨੇਡਾ ਵਿੱਚ ਹੁਣ ਸੈਲਮੋਨੇਲਾ ਦੇ ਖਤਰੇ ਕਰਕੇ ਪੇਸਟਰੀਜ਼ ਵੀ ਕੀਤੀਆਂ ਗਈਆਂ ਰੀਕਾਲ। ਕਿਊਬੈਕ ਵਿੱਚ ਬੰਦ ਹੋਣਗੇ ਐਮਾਜ਼ਨ ਦੇ 7 ਵੇਅਰਹਾਊਸ। ਕੈਨੇਡਾ ਵਿੱਚ ਹੁਣ ਨਹੀਂ ਆਏਗਾ ਚੀਨ ਤੋਂ ਬ੍ਰਾਂਡਡ ਸਮਾਨ। ਟਰੂਡੋ ਨੇ ਕੈਨੇਡੀਅਨਸ ਨੂੰ ਮੇਡ ਇਨ ਕੈਨੇਡਾ ਪ੍ਰੋਡਕਟਸ ਖਰੀਦਣ ਲਈ ਕੀਤੀ ਅਪੀਲ। ਤੇ ਹੁਣ ਖਬਰਾਂ ਵਿਸਥਾਰ ਵਿੱਚ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ CFIA ਨੇ ਕਿਹਾ ਹੈ ਕਿ ਉਹ ਇਟਲੀ ਵਿੱਚ ਜਾ ਕੇ ਸੈਲਮੋਨੇਲਾ ਆਊਟਬ੍ਰੇਕ ਦੇ ਸਰੋਤ ਦੀ ਜਾਂਚ ਕਰਨ ਦਾ ਫੈਸਲਾ ਕਰ ਸਕਦੇ ਹਨ। ਇਸ ਆਊਟਬ੍ਰੇਕ ਕਾਰਨ ਕੈਨੇਡਾ ਵਿੱਚ ਘੱਟੋ-ਘੱਟ 61 ਲੋਕ ਬਿਮਾਰ ਹੋ ਗਏ ਹਨ। ਪਿਛਲੇ ਹਫਤੇ CFIA ਨੇ ਇਟਲੀ ਤੋਂ ਆਈ ਸਵੀਟ ਕਰੀਮ ਬ੍ਰਾਂਡ ਦੀਆਂ ਮਿਨੀ ਪੇਸਟਰੀਜ਼ ਦੀ ਵਿਕਰੀ ਨੂੰ ਰੋਕ ਦਿੱਤਾ ਸੀ। ਇਹ ਪੇਸਟਰੀਜ਼ ਕੈਨੇਡਾ ਦੇ ਕਈ ਪ੍ਰਾਂਤ ਜਿਵੇਂ ਕਿ ਕਿਊਬੈਕ, ontario, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਹੋਰ ਜਗ੍ਹਾ ਤੇ ਕੇਟਰਿੰਗ ਇਵੈਂਟਸ, ਹਸਪਤਾਲਾਂ ਅਤੇ ਰਿਟਾਇਰਮੈਂਟ ਹੋਮਾਂ ਵਿੱਚ ਖਾਧੀਆਂ ਗਈਆਂ ਸਨ। ਪਬਲਿਕ ਹੈਲਥ ਏਜੰਸੀ ਦੇ ਅਨੁਸਾਰ ਹੁਣ ਤੱਕ ਕੈਨੇਡਾ ਵਿੱਚ ਸੈਲਮੋਨੇਲਾ ਦੇ ਕਾਰਨ 61 ਮਾਮਲੇ ਰਿਪੋਰਟ ਹੋ ਚੁੱਕੇ ਹਨ, ਜਿਸ ਵਿੱਚੋਂ 33 ਕਿਊਬੈਕ, 21 ontario, 4 ਬ੍ਰਿਟਿਸ਼ ਕੋਲੰਬੀਆ, 2 ਅਲਬਰਟਾ ਅਤੇ 1 ਨਿਊ ਬ੍ਰੰਸਵਿਕ ਵਿੱਚ ਹੋਏ ਹਨ। ਇਸ ਸਮੇਂ ਤੱਕ ਕੁਝ ਲੋਕ ਹਸਪਤਾਲ ਵਿੱਚ ਭਰਤੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। CFIA ਦੀ ਮੈਗਨ ਨੇ ਕਿਹਾ ਕਿ ਜਾਂਚ ਵਿੱਚ ਇਹ ਪਤਾ ਲੱਗੇਗਾ ਕਿ ਇਹ ਪੇਸਟਰੀ ਸਹੀ ਤਰੀਕੇ ਨਾਲ ਤਿਆਰ ਹੋਈਆਂ ਸਨ ਜਾਂ ਨਹੀਂ। CFIA ਨੇ ਇਹ ਵੀ ਕਿਹਾ ਹੈ ਕਿ ਉਹ ਜਾਇਜ਼ਾ ਲੈਣਗੇ ਕਿ ਇਹ ਪੇਸਟਰੀਜ਼ ਮੂਲ ਤੌਰ ਤੇ ਸਹੀ ਤਾਪਮਾਨ ਤੇ ਬਣਾਈਆਂ ਗਈਆਂ ਸਨ ਜਾਂ ਨਹੀਂ, ਕਿਉਂਕਿ ਸੈਲਮੋਨੇਲਾ ਆਮ ਤੌਰ ਤੇ ਕੱਚੇ ਜਾਂ ਅੱਧ ਪੱਕੇ ਪਦਾਰਥਾਂ ਤੋਂ ਪੈਦਾ ਹੁੰਦਾ ਹੈ। ਇਸ ਦੇ ਨਾਲ ਹੀ ਪਿਓਸ਼ੇ ਡੋਲਸੀ, ਜੋ ਕਿ ਪੇਸਟਰੀਜ਼ ਕੈਨੇਡਾ ਵਿੱਚ ਇੰਪੋਰਟ ਕਰਦੇ ਹਨ, ਨੇ ਕਿਹਾ ਹੈ ਕਿ ਉਹਨਾਂ ਨੇ ਇਸ ਫੈਕਟਰੀ ਵਿੱਚ ਪੈਦਾਵਾਰ ਰੋਕ ਦਿੱਤੀ ਹੈ। ਸਵੀਟ ਕਰੀਮ ਪੇਸਟਰੀਜ਼ ਦਾ ਉਤਪਾਦਨ ਇਟਲੀ ਦੇ ਬੈਲਸੀ ਸ਼ਹਿਰ ਵਿੱਚ ਕੀਤਾ ਜਾਂਦਾ ਹੈ। ਸੈਲਮੋਨੇਲਾ ਬਿਮਾਰੀ ਦੇ ਕੁਝ ਲੱਛਣ ਹਨ: ਬੁਖਾਰ, ਸਿਰ ਦਰਦ ਅਤੇ ਦਸਤ, ਅਤੇ ਇਸ ਬਿਮਾਰੀ ਦਾ ਖਤਰਾ ਖਾਸ ਤੌਰ ਤੇ ਬੱਚਿਆਂ, ਬਜ਼ੁਰਗਾਂ ਅਤੇ ਵੀਕ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਹੁੰਦਾ ਹੈ। ਕਿਊਬੈਕ ਵਿੱਚ ਐਮਾਜ਼ਨ ਦੇ 7 ਵੇਅਰਹਾਊਸਸ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲਗਭਗ 1950 ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ, ਜਿਸ ਵਿੱਚ 1700 ਪੱਕੇ ਅਤੇ 250 ਅਸਥਾਈ ਕਰਮਚਾਰੀ ਸ਼ਾਮਿਲ ਹਨ। ਇੱਥੇ 2 ਸੌਰਟਿੰਗ ਸੈਂਟਰ, 1 ਫੁਲਫਿਲਮੈਂਟ ਸੈਂਟਰ, 3 ਡਿਲੀਵਰੀ ਸਟੇਸ਼ਨ ਅਤੇ 1 AMXL ਸਥਾਨ ਬੰਦ ਕੀਤੇ ਜਾਣਗੇ। ਨੌਕਰੀ ਤੋਂ ਕੱਢੇ ਹੋਏ ਕਰਮਚਾਰੀਆਂ ਨੂੰ 14 ਹਫ਼ਤੇ ਤੱਕ ਦੀ ਤਨਖਾਹ ਦੇਣ ਦੀ ਯੋਜਨਾ ਹੈ। ਐਮਾਜ਼ਨ ਦੀ ਪ੍ਰਤੀਨਿਧੀ ਬਾਰਬਰਾ ਐਗਰੇਟ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਗਾਹਕਾਂ ਨੂੰ ਹੋਰ ਬਚਤ ਕਰਨ ਦਾ ਮੌਕਾ ਮਿਲੇ ਅਤੇ ਉਹਨਾਂ ਨੂੰ ਵਧੇਰੇ ਫਾਇਦੇ ਮਿਲ ਸਕਣ। NDP ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਕਿਊਬੈਕ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਸਾਫ਼ ਤੌਰ ਤੇ ਐਮਾਜ਼ਨ ਦਾ ਯੂਨੀਅਨ ਬਸਟ ਕਰਨ ਲਈ ਹੋ ਰਿਹਾ ਹੈ। ਉਹਨਾਂ ਨੇ ਕਿਹਾ ਇਹ ਉਹ ਮਜ਼ਦੂਰ ਹਨ ਜੋ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਐਮਾਜ਼ਨ ਇਸੇ ਲਈ ਇਲਾਕੇ ਵਿੱਚ ਆਪਣੇ ਸਾਰੇ ਆਪਰੇਸ਼ਨਸ ਨੂੰ ਬੰਦ ਕਰ ਰਿਹਾ ਹੈ। ਕਿਊਬੈਕ ਵਿੱਚ ਇੱਕ ਐਮਾਜ਼ਨ ਦਾ ਵੇਅਰਹਾਊਸ ਮਈ 2024 ਵਿੱਚ ਯੂਨੀਅਨ ਬਣਾਉਣ ਵਿੱਚ ਕਾਮਯਾਬ ਹੋ ਗਿਆ ਸੀ, ਜੋ ਕਿ ਕੈਨੇਡਾ ਵਿੱਚ ਪਹਿਲਾ ਐਮਾਜ਼ਨ ਵੇਅਰਹਾਊਸ ਸੀ ਜਿੱਥੇ ਯੂਨੀਅਨ ਬਣਿਆ ਸੀ। ਇਸ ਨੂੰ ਲਗਭਗ 240 ਮਜ਼ਦੂਰਾਂ ਨੇ ਸਮਰਥਨ ਦਿੱਤਾ ਸੀ। ਕਿਊਬੈਕ ਦੇ ਲੇਬਰ ਮੰਤਰੀ ਜੀਨ ਬੁਲੇਟ ਨੇ ਕਿਹਾ ਕਿ ਉਹਨਾਂ ਨੂੰ ਐਮਾਜ਼ਨ ਤੋਂ ਇਸ ਨੂੰ ਬੰਦ ਕਰਨ ਦੀ ਅਧਿਕਾਰਿਕ ਜਾਣਕਾਰੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ, ਪਰ ਉਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ਕੰਪਨੀ ਸਾਰੇ ਲੇਬਰ ਲਾਅਸ ਦੀ ਸਹੀ ਢੰਗ ਨਾਲ ਪਾਲਣਾ ਕਰ ਰਹੀ ਹੈ। ਕੈਨੇਡਾ ਦੀਆਂ ਕਈ ਮਸ਼ਹੂਰ ਰਿਟੇਲ ਕੰਪਨੀਆਂ ਜਿਵੇਂ ਕਿ ਅਰੀਜ਼ੀਆ, ਕੈਨੇਡੀਅਨ ਟਾਇਰ, ਗਰੁੱਪ ਡਾਇਨਾਮਾਈਟ ਆਪਣੇ ਪ੍ਰੋਡਕਸ਼ਨ ਸੈਂਟਰਸ ਨੂੰ ਚੀਨ ਤੋਂ ਬਾਹਰ ਕਰ ਰਹੀਆਂ ਹਨ। ਇਸ ਦੇ ਪਿੱਛੇ ਮੁੱਖ ਕਾਰਨ ਟੈਰਿਫ ਵਧਣ ਦੇ ਖਤਰੇ ਅਤੇ ਚੀਨ ਵਿੱਚ ਫੋਰਸਡ ਲੇਬਰ ਦੇ ਮਾਮਲੇ ਹਨ। ਅਰੀਜ਼ੀਆ, ਜੋ ਕਿ ਵੈਨਕੂਵਰ ਬੇਸਡ ਰਿਟੇਲਰ ਹੈ ਅਤੇ ਅਮਰੀਕਾ ਵਿੱਚ ਵੀ ਕਾਫੀ ਪ੍ਰਸਿੱਧ ਹੈ, 2016 ਤੋਂ ਹੀ ਆਪਣੀ ਮੈਨੂਫੈਕਚਰਿੰਗ ਸਪਲਾਈ ਚੇਨ ਨੂੰ ਵੱਖ-ਵੱਖ ਸਥਾਨਾਂ ਤੇ ਫੈਲਾ ਰਿਹਾ ਹੈ ਅਤੇ ਹੁਣ ਬਹੁਤ ਜ਼ਿਆਦਾ ਪ੍ਰੋਡਕਟਸ ਚੀਨ ਤੋਂ ਬਾਹਰ ਵੀ ਬਣਾਏ ਜਾ ਰਹੇ ਹਨ। ਕੈਨੇਡੀਅਨ ਟਾਇਰ ਦੇ ਪ੍ਰਧਾਨ ਨੇ ਵੀ ਕਿਹਾ ਹੈ ਕਿ ਇਸ ਸਾਲ ਉਹਨਾਂ ਨੇ ਚੀਨ ਤੋਂ ਉਤਪਾਦਨ ਬਾਹਰ ਲੈ ਕੇ ਜਾਣ ਵਿੱਚ ਵੀ ਖਾਸ ਤਬਦੀਲੀਆਂ ਕੀਤੀਆਂ ਹਨ। ਚੀਨ ਵਿੱਚ ਫੋਰਸਡ ਲੇਬਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਸ ਕਾਰਨ ਇਹ ਕੰਪਨੀਆਂ ਚੀਨ ਤੋਂ ਦੂਰੀ ਬਣਾ ਰਹੀਆਂ ਹਨ। ਲੂਲੂਲੈਮਨ ਅਤੇ ਦੂਜੇ ਕੈਨੇਡੀਅਨ ਬ੍ਰਾਂਡ ਵੀ ਆਪਣੀ ਉਤਪਾਦਨ ਸਪਲਾਈ ਚੇਨ ਨੂੰ ਚੀਨ ਤੋਂ ਦੂਰ ਕਰਨ ਦੀ ਯੋਜਨਾ ਬਣਾਉਣ ਵਿੱਚ ਹੁਣ ਦਿਲਚਸਪੀ ਦਿਖਾ ਰਹੇ ਹਨ, ਪਰ ਚੀਨ ਤੋਂ ਉਤਪਾਦਨ ਨੂੰ ਪੂਰੀ ਤਰ੍ਹਾਂ ਬਾਹਰ ਕੱਢਣਾ ਵੀ ਆਸਾਨ ਨਹੀਂ ਹੈ, ਕਿਉਂਕਿ ਚੀਨ ਸਿਰਫ ਕੱਪੜੇ ਹੀ ਨਹੀਂ ਸਗੋਂ ਉਹਨਾਂ ਨੂੰ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਛੋਟੀਆਂ-ਮੋਟੀਆਂ ਚੀਜ਼ਾਂ ਜਿਵੇਂ ਕਿ ਜ਼ਿੱਪਰ, ਲਾਈਨਿੰਗ ਆਦਿ ਵੀ ਬਣਾਉਂਦਾ ਹੈ। ਕੈਲਗਰੀ ਦੀ ਡਿਜ਼ਾਈਨਰ ਮੈਲਿਸਾ ਵਿਟਰ ਨੇ ਕਿਹਾ ਕਿ ਜੇ ਉਹ ਚੀਨ ਤੋਂ ਬਿਨਾਂ ਸਾਰਾ ਸਮਾਨ ਬਾਹਰੋਂ ਲੈ ਕੇ ਆਪਣਾ ਕਾਰੋਬਾਰ ਕਰੇ ਤਾਂ
ਉਸ ਦੀਆਂ ਸ਼ੈਲਫਾਂ ਹੀ ਖਾਲੀ ਹੋ ਜਾਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡਾ ਦੇ ਪ੍ਰੀਮੀਅਰਸ ਨੇ 22 ਜਨਵਰੀ ਨੂੰ ਇੱਕ ਮੀਟਿੰਗ ਵਿੱਚ ਸੰਭਾਵੀ ਅਮਰੀਕੀ ਵਪਾਰ ਸੰਘਰਸ਼ ਦਾ ਸਾਹਮਣਾ ਕਰਨ ਲਈ ਆਪਣੀ ਯੋਜਨਾ ਪ੍ਰਸਤੁਤ ਕੀਤੀ ਹੈ। ਇਸ ਮੀਟਿੰਗ ਵਿੱਚ ਉਹਨਾਂ ਨੇ ਕੈਨੇਡੀਅਨ ਗਾਹਕਾਂ ਨੂੰ ਅਮਰੀਕੀ ਪ੍ਰੋਡਕਟਸ ਦੀ ਬਜਾਏ ਕੈਨੇਡੀਅਨ ਪ੍ਰੋਡਕਟਸ ਨੂੰ ਖਰੀਦਣ ਦੀ ਅਪੀਲ ਕੀਤੀ ਹੈ। ਪ੍ਰੀਮੀਅਰ ਡਗ ਫੋਰਡ ਜੋ ਕਿ ਕੈਨੇਡਾ ਦੇ ਪ੍ਰੀਮੀਅਰਸ ਦੀ ਕੌਂਸਲ ਦੇ ਮੁਖੀ ਵੀ ਹਨ ਨੇ ਕਿਹਾ ਕਿ ਉਹ ਅਮਰੀਕਾ ਤੋਂ ਡਾਲਰ ਫॉर ਡਾਲਰ ਟੈਰਿਫ ਲਗਾਉਣਗੇ। ਇਸ ਦਾ ਮਤਲਬ ਇਹ ਹੈ ਕਿ ਜੇ ਅਮਰੀਕਾ ਕੈਨੇਡਾ ਦੇ ਉਤਪਾਦਾਂ ਤੇ ਟੈਰਿਫ ਲਗਾਉਂਦਾ ਹੈ ਤਾਂ ਕੈਨੇਡਾ ਵੀ ਅਮਰੀਕੀ ਉਤਪਾਦਾਂ ਤੇ ਉਨਾ ਹੀ ਟੈਰਿਫ ਲਗਾਏਗਾ। ਟਰੂਡੋ ਨੇ ਕਿਹਾ ਕੈਨੇਡੀਅਨ ਉਤਪਾਦਾਂ ਦੀ ਖਰੀਦਦਾਰੀ ਨਾਲ ਕੈਨੇਡੀਅਨ ਉਤਪਾਦਕਾਂ ਤੇ ਖੇਤੀਬਾੜੀ ਨੂੰ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਕੈਨੇਡੀਅਨ ਪ੍ਰੀਮੀਅਰਸ ਨੇ ਅੰਦਰੂਨੀ ਵਪਾਰ ਨੂੰ ਹੋਰ ਆਸਾਨ ਬਣਾਉਣ ਲਈ ਕੁਝ ਬੈਰੀਅਰਸ ਨੂੰ ਦੂਰ ਕਰਨ ਦਾ ਫੈਸਲਾ ਵੀ ਕੀਤਾ। ਉਹਨਾਂ ਨੇ ਕਿਹਾ ਕਿ ਜੇ ਜ਼ਰੂਰੀ ਪ੍ਰਤੀਬੰਧ ਅਤੇ ਟੈਰਿਫ ਲਗਾਏ ਜਾਂਦੇ ਹਨ ਤਾਂ ਕੈਨੇਡਾ ਦੀ ਆਰਥਿਕਤਾ ਵਿੱਚ ਸਾਲਾਨਾ $50 ਬਿਲੀਅਨ ਤੋਂ $100 ਬਿਲੀਅਨ ਤੱਕ ਦਾ ਫਾਇਦਾ ਹੋ ਸਕਦਾ ਹੈ। ਉੱਥੇ ਹੀ ਪ੍ਰੀਮੀਅਰ ਫੋਰਡ ਨੇ ਕੈਨੇਡੀਅਨ ਗਾਹਕਾਂ ਨੂੰ ਖਰੀਦਣ ਸਮੇਂ ਮੇਡ ਇਨ ਚਾਈਨਾ ਉਤਪਾਦਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜਿਵੇਂ ਕਿ ਗਰੋਸਰੀ ਸ਼ਾਪਿੰਗ ਵਿੱਚ ਕੈਨੇਡੀਅਨ ਉਤਪਾਦਾਂ ਦੀ ਚੋਣ ਕਰਨ ਨਾਲ ਨਾ ਸਿਰਫ ਖਪਤਕਾਰਾਂ ਦੇ ਪੈਸੇ ਬਚਣਗੇ ਸਗੋਂ ਇਸ ਨਾਲ ਕਿਸਾਨਾਂ ਅਤੇ ਸਥਾਨਕ ਉਤਪਾਦਕਾਂ ਨੂੰ ਵੀ ਫਾਇਦਾ ਹੋਵੇਗਾ। ਆਟਵਾ ਤੇ ਡੇਵਿਡ ਮਿਲਰ ਨੂੰ ਇੱਕ ਹਫ਼ਤੇ ਪਹਿਲਾਂ ਇੱਕ ਹੈਰਾਨੀਜਨਕ ਚਿੱਠੀ ਮਿਲੀ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਸ ਦੀ ਚੋਰੀ ਹੋਈ ਗੱਡੀ ਜੋ ਕਿ ਉਸਨੇ ਆਟਵਾ ਵਿੱਚ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਮਿਲ ਗਈ ਹੈ। ਉਸ ਦੀ 2018 ਡੌਚ ਰੈਮ ਗੱਡੀ ਸਾਊਥ ਆਟਵਾ ਦੇ ਇੱਕ ਟੋਇੰਗ ਕੰਪਨੀ ਦੇ ਯਾਰਡ ਵਿੱਚ ਖੜੀ ਸੀ। ਇਹ ਨੋਟਿਸ ਨਵੰਬਰ 26 ਨੂੰ ਜਾਰੀ ਕੀਤਾ ਗਿਆ ਸੀ ਪਰ ਮਿਲਰ ਨੂੰ 26 ਦਸੰਬਰ ਨੂੰ ਮਿਲਿਆ ਜੋ ਕਿ ਕੈਨੇਡਾ ਪੋਸਟ ਦੀ ਹੜਤਾਲ ਦੌਰਾਨ ਪੋਸਟ ਕੀਤਾ ਗਿਆ ਸੀ। ਮਿਲਰ ਨੇ ਕਿਹਾ ਕਿ ਜੇਕਰ ਉਸ ਨੂੰ ਨਵੰਬਰ ਦੇ ਅਖੀਰ ਵਿੱਚ ਇਹ ਪਤਾ ਚੱਲ ਜਾਂਦਾ ਤਾਂ ਆਪਣੀ ਗੱਡੀ ਨੂੰ ਕਾਫੀ ਘੱਟ ਰਕਮ 'ਚ ਵਾਪਸ ਲੈ ਸਕਦਾ ਸੀ ਪਰ ਹੁਣ ਉਸ ਨੂੰ ਟੋਇੰਗ ਅਤੇ ਸਟੋਰੇਜ ਦੇ ਖਰਚੇ ਦੇ ਤੌਰ ਤੇ ਲਗਭਗ $4000 ਦਾ ਵਾਧੂ ਬਿੱਲ ਭਰਨਾ ਪੈ ਰਿਹਾ ਹੈ। ਮਿਲਰ ਨੇ ਕਿਹਾ ਕਿ ਉਸ ਨੂੰ ਨਾ ਤਾਂ ਪੁਲਿਸ ਨੇ ਸਿੱਧਾ ਜਾਣਕਾਰੀ ਦਿੱਤੀ ਅਤੇ ਨਾ ਹੀ ਟੋਇੰਗ ਕੰਪਨੀ ਨੇ ਕਿਤੇ ਵੀ ਕਾਲ ਕੀਤੀ। ਉਸਨੇ ਇਸ ਨੂੰ ਦਫ਼ਤਰੀ ਗਲਤੀ ਕਿਹਾ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਗੱਡੀ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸੰਪਰਕ ਕਰਨ ਵਿੱਚ ਨਾਕਾਮ ਰਹੇ। ਆਟਵਾ ਪੁਲਿਸ ਨੇ ਵੀ ਕਿਹਾ ਕਿ ਜੇਕਰ ਚੋਰੀ ਹੋਈ ਗੱਡੀ ਵਾਪਸ ਮਿਲਦੀ ਹੈ ਤਾਂ ਉਹ ਮਾਲਕ ਨੂੰ ਪੋਸਟਲ ਸੇਵਾ ਦੁਆਰਾ ਨੋਟਿਸ ਭੇਜਦੇ ਹਨ ਅਤੇ ਟੋਇੰਗ ਕੰਪਨੀ ਵੀ ਮਾਲਕ ਨੂੰ ਰਜਿਸਟਰਡ ਚਿੱਠੀ ਭੇਜਦੀ ਹੈ। ਟੋਇੰਗ ਕੰਪਨੀ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲਰ ਦੇ ਬਿੱਲ ਨੂੰ ਕੁਝ ਘਟਾ ਦਿੱਤਾ ਹੈ ਜੋ ਹੁਣ $2509 ਬਿਨਾਂ ਟੈਕਸ ਦੇ ਹੈ ਪਰ ਮਿਲਰ ਹਾਲੇ ਵੀ ਆਪਣੀ ਗੱਡੀ ਵਾਪਸ ਨਹੀਂ ਲੈ ਸਕੇ ਅਤੇ ਬਿੱਲ ਭਰਨ ਵਿੱਚ ਸਹਿਮਤ ਨਹੀਂ ਹਨ। ਮਿਲਰ ਨੇ ਕਿਹਾ ਕਿ ਉਹ ਇਹ ਨਹੀਂ ਸਮਝਦੇ ਕਿ ਉਹਨਾਂ ਨੂੰ ਕਿਉਂ ਇਸ ਸਥਿਤੀ ਵਿੱਚ ਪੈਸੇ ਭਰਨੇ ਚਾਹੀਦੇ ਹਨ ਜਦੋਂ ਕਿ ਉਹ ਆਪ ਇੱਕ ਵਿਕਟਮ ਹਨ। ਅਮਰੀਕਾ ਨੂੰ ਡੋਨਾਲਡ ਟਰੰਪ ਦੇ ਰੂਪ ਵਿੱਚ ਇੱਕ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਉਹਨਾਂ ਨੇ ਕਈ ਸਖਤ ਫੈਸਲੇ ਲਏ ਅਤੇ ਜਿਵੇਂ ਹੀ ਟਰੰਪ ਨੇ ਸੱਤਾ ਸੰਭਾਲੀ ਉਹਨਾਂ ਨੇ ਦੇਸ਼ ਤੋਂ ਵਿਦੇਸ਼ ਤੱਕ ਅਮਰੀਕੀ ਨੀਤੀਆਂ ਵਿੱਚ ਕਈ ਵੱਡੇ ਬਦਲਾਅ ਲਿਆਉਣ ਦੀ ਗੱਲ ਵੀ ਕੀਤੀ। ਉਹਨਾਂ ਨੇ ਸਹੁੰ ਚੁੱਕਣ ਦੇ ਸਿਰਫ 6 ਘੰਟਿਆਂ ਦੇ ਅੰਦਰ ਹੀ ਬਾਈਡਨ ਦੇ 78 ਫੈਸਲਿਆਂ ਨੂੰ ਉਲਟਾ ਦਿੱਤਾ। ਇਸ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ, ਬੱਚਿਆਂ ਦੀ ਨਾਗਰਿਕਤਾ ਰੱਦ ਕਰਨਾ ਅਤੇ ਅਮਰੀਕਾ ਨੂੰ WHO ਅਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਕੱਢਣ ਵਰਗੇ ਕਈ ਅਹਿਮ ਫੈਸਲੇ ਸ਼ਾਮਿਲ ਹਨ। ਇਸ ਵਿੱਚ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ WHO ਦੀ ਮੈਂਬਰਸ਼ਿਪ ਤੋਂ ਪਿੱਛੇ ਹਟਣ ਦਾ ਆਦੇਸ਼ ਵੀ ਸ਼ਾਮਿਲ ਹੈ। ਉਹਨਾਂ ਨੇ ਇਸ ਦੇ ਪਿੱਛੇ ਦਾ ਕਾਰਨ ਕੋਵਿਡ-19 ਦੇ ਫੈਲਣ ਨੂੰ ਰੋਕਣ ਵਿੱਚ WHO ਦੀ ਅਸਫਲਤਾ ਦਾ ਹਵਾਲਾ ਦਿੱਤਾ ਹੈ। ਟਰੰਪ ਨੇ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੇ ਹੁਕਮ ਨੂੰ ਵੀ ਉਲਟਾ ਦਿੱਤਾ ਹੈ। ਇਸ ਤੋਂ ਇਲਾਵਾ ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦੇ ਆਦੇਸ਼ ਤੇ ਵੀ ਦਸਤਖਤ ਕੀਤੇ। ਉਹਨਾਂ ਨੇ 6 ਜਨਵਰੀ 2021 ਨੂੰ ਕੈਪੀਟਲ ਹਿਲ ਤੇ ਹੋਏ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਮਾਫ ਕਰ ਦਿੱਤਾ ਹੈ ਜਿਸ ਬਾਰੇ ਉਹਨਾਂ ਨੇ ਚੋਣਾਂ ਦੌਰਾਨ ਵੀ ਗੱਲ ਕੀਤੀ ਸੀ। ਟਰੰਪ ਦੇ ਤੁਰੰਤ ਪ੍ਰਭਾਵ ਨਾਲ ਸਾਰੇ ਸਰਕਾਰੀ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨਾ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਆਦੇਸ਼ ਵਿੱਚ ਰਿਮੋਟ ਕੰਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਵਿਵਸਥਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਟਰੰਪ ਨੇ 15 ਹੋਰ ਵੱਡੇ ਬਦਲਾਅ ਕੀਤੇ ਹਨ ਜਿਸ ਵਿੱਚ ਜਨਮ ਸਿੱਧ ਨਾਗਰਿਕਤਾ ਨੂੰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਮੈਕਸੀਕੋ ਸਰਹੱਦ ਤੇ ਐਮਰਜੈਂਸੀ ਘੋਸ਼ਿਤ ਕੀਤੀ ਜਾਵੇਗੀ ਤੇ ਨਾਲ ਹੀ ਟਿਕਟੌਕ ਤੇ ਪਾਬੰਦੀ ਵੀ ਹਟਾ ਦਿੱਤੀ ਗਈ ਹੈ। ਅਮਰੀਕਾ ਵਿੱਚ ਸਿਰਫ 2 ਹੀ ਲਿੰਗ ਹੋਣਗੇ ਜਿਸ ਵਿੱਚ ਮੇਲ ਅਤੇ ਫੀਮੇਲ ਹੀ ਸ਼ਾਮਿਲ ਹਨ ਅਤੇ ਮੰਗਲ ਗ੍ਰਹਿ ਤੇ ਪੁਲਾੜ ਯਾਤਰੀਆਂ ਨੂੰ ਭੇਜਣ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਕਿਊਬਾ ਨੂੰ ਫਿਰ ਅੱਤਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ
ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰੌਡਕਾਸਟਿੰਗ। ਆਲਵੇਜ਼ ਬੀ ਪੋਜ਼ਿਟਿਵ ਐਂਡ ਬੀ yourself।